ਇੱਕ ਗੱਲ ਬੜੀ ਹਾਸੋਹੀਣੀ ਹੋ ਜਾਂਦੀ ਹੈ। ਹਾਸੋਹੀਣੀ ਯਾਨੀ ਜਿਹਨੂੰ ਸੁਣ ਕੇ ਹਾਸਾ ਆਵੇ। ਉਹ ਇਹ ਕਿ ਜਦੋਂ ਵੀ ਕੋਈ ਉਹਨੂੰ ਐਕਸਪਲੇਨ ਕਰਦਾ ਹੈ ਤੇ ਉਹ ਆਪਣੀ ਸੋਚਣੀ ਦੇ ਨਾਲ, ਆਪਣੀ ਸਮਝ ਦੇ ਨਾਲ ਉਹਨੂੰ ਆਪਣੇ ਤਰੀਕੇ ਨਾਲ ਐਕਸਪਲੇਨ ਕਰ ਦਿੰਦਾ ਹੈ। ਸੋ ਇਹਦੀ ਐਕਸਪਲੇਨੇਸ਼ਨ ਕਈ ਤਰੀਕਿਆਂ ਨਾਲ ਹੋ ਜਾਂਦੀ ਹੈ, ਕਈ ਤਰੀਕੇ ਨਾਲ ਇਹਦੇ ਮੀਨਿੰਗ ਨਿਕਲ ਜਾਂਦੇ ਨੇ। ਸੋ ਜਿਹਨੇ ਲਿਖਿਆ ਹੁੰਦਾ ਕਈ ਵਾਰ ਉਹਦੇ ਦਿਮਾਗ ਵਿੱਚ ਹੀ ਉਹ ਮੀਨਿੰਗ ਨਹੀਂ ਆਉਂਦੇ ਜਿਹੜਾ ਇੱਕ ਰੀਡਰ ਉਸ ਦੇ ਮੀਨਿੰਗ ਕੱਢ ਸਕਦਾ ਹੈ। ਸੋ ਮੈਨੂੰ ਇੱਥੇ ਇੱਕ ਗੱਲ ਯਾਦ ਆਈ, ਸਿਰਫ 1 ਮਿੰਟ ਤੁਹਾਡਾ ਮੈਂ ਵੇਸਟ ਕਰਾਂਗਾ ਪਰ ਬੜੀ ਇੰਟਰਸਟਿੰਗ ਗੱਲ ਹੈ। ਇੱਕ ਵਾਰ ਕੀ ਹੋਇਆ ਕਿ ਸੁਰਜੀਤ ਪਾਤਰ ਜੀ ਦਾ ਬੇਟਾ ਮਨਰਾਜ ਪਾਤਰ ਗੁਰੂ ਨਾਨਕ ਪਬਲਿਕ ਸਕੂਲ ਪੜ੍ਹਦਾ ਸੀ ਤੇ ਸੁਰਜੀਤ ਪਾਤਰ ਜੀ ਇੰਨੇ ਅੱਛੇ ਪੰਜਾਬੀ ਦੇ ਪੋਇਟ, ਓਕੇ, ਤੇ ਉਹਨਾਂ ਦੇ ਬੱਚੇ ਦੇ ਸਕੂਲ ਵਿੱਚ ਉਹਨਾਂ ਦੀ ਹੀ ਪੋਇਮ ਪੰਜਾਬੀ ਦੀ ਟੈਕਸਟ ਬੁੱਕ ਵਿੱਚ ਹੈਗੀ ਸੀ, ਸੁਰਜੀਤ ਪਾਤਰ ਜੀ ਦੀ ਪੋਇਮ। ਹੁਣ ਪੰਜਾਬੀ ਵਾਲੇ ਮੈਡਮ ਨਵੇਂ ਆਏ ਸੀ ਉਸ ਸਕੂਲ ਵਿੱਚ, ਉਹਨਾਂ ਨੇ ਮਨਰਾਜ ਪਾਤਰ ਨੂੰ ਤੇ ਸਾਰੀ ਕਲਾਸ ਨੂੰ ਕੰਮ ਦਿੱਤਾ ਕਿ ਆ ਜੋ ਸੁਰਜੀਤ ਪਾਤਰ ਜੀ ਹਨ ਇਹ ਬਹੁਤ ਵਧੀਆ ਪੋਇਟ ਹਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਮਨਰਾਜ ਪਾਤਰ ਉਹਨਾਂ ਦਾ ਬੇਟਾ ਉੱਥੇ ਬੈਠਾ। ਇਹ ਪੋਇਮ ਹੈ, ਤੁਸੀਂ ਸਾਰਿਆਂ ਨੇ ਪਹਿਲਾਂ ਆਪਣੇ ਆਪ ਕੋਸ਼ਿਸ਼ ਕਰਕੇ ਇਹਦੀ ਵਿਆਖਿਆ ਕਰਕੇ ਲੈ ਕੇ ਆਉਣੀ ਹੈ ਘਰੋਂ ਤੇ ਫਿਰ ਆਪਾਂ ਇਹਨੂੰ ਡਿਸਕਸ ਕਰਾਂਗੇ। ਹੋਮਵਰਕ ਮਿਲ ਗਿਆ, ਮਨਰਾਜ ਪਾਤਰ ਖੁਸ਼ ਹੋ ਗਿਆ, ਚਲੋ ਠੀਕ ਹੈ ਮੈਂ ਤਾਂ ਆਪਣੇ ਪਾਪਾ ਕੋਲ ਜਾ ਕੇ ਇਹਦੀ ਵਿਆਖਿਆ ਕਰ ਲਾਂਗਾ। ਹੁਣ ਮਨਰਾਜ ਪਾਤਰ ਆਪਣੇ ਪਾਪਾ ਦੀ ਹੀ ਪੋਇਮ ਲੈ ਕੇ ਆਪਣੇ ਪਾਪਾ ਕੋਲ ਚਲਾ ਗਿਆ ਕਿ ਪਾਪਾ ਮੈਨੂੰ ਇਹੀ ਹੋਮਵਰਕ ਮਿਲਿਆ ਕਿ ਤੁਸੀਂ ਇਹਦੀ ਵਿਆਖਿਆ ਕਰ ਦਿਓ। ਪਾਪਾ ਨੇ ਜਿੱਦਾਂ ਉਹਨਾਂ ਦੇ ਦਿਮਾਗ 'ਚ ਉਹਦੀ ਵਿਆਖਿਆ ਕਰਕੇ ਭੇਜ ਦਿੱਤੀ। ਤੇ ਜਦੋਂ ਮਨਰਾਜ ਪਾਤਰ ਉਹ ਨੋਟਬੁੱਕ ਚੈੱਕ ਕਰਾਉਣ ਲਈ ਆਪਣੇ ਮੈਡਮ ਕੋਲ ਲੈ ਕੇ ਗਿਆ ਤੇ ਮੈਡਮ ਨੇ ਉੱਥੇ ਕਾਟਾ ਲਗਾਤਾ, ਕਹਿੰਦੇ ਤਾਂ ਬਿਲਕੁਲ ਵਿਆਖਿਆ ਗਲਤ ਕੀਤੀ ਹੈ ਕਿ ਜਿੱਦਾਂ ਦੀ ਗਾਈਡ ਵਿੱਚ ਲਿਖੀ ਹੈ ਨਾ ਤੂੰ ਉਦਾਂ ਦੀ ਕਰ। ਤੇ ਮਨਰਾਜ ਪਾਤਰ ਕਹਿੰਦਾ ਮੈਡਮ ਇਹ ਮੇਰੇ ਪਾਪਾ ਨੇ ਕੀਤੀ ਆ। ਤੇ ਮੈਡਮ ਕਹਿੰਦੇ ਤੇਰੇ ਪਾਪਾ ਨੂੰ ਗਾਈਡ ਤੋਂ ਜ਼ਿਆਦਾ ਪਤਾ, ਤੂੰ ਇੱਥੋਂ ਗਾਈਡ ਵਾਲੀ ਕਰ। ਫਿਰ ਦੂਜੇ ਜਦੋਂ ਬੱਚਿਆਂ ਨੇ ਕਿਹਾ ਕਿ ਮੈਡਮ ਇਹ ਮਨਰਾਜ ਪਾਤਰ ਹੈ, ਇਹਦੇ ਡੈਡੀ ਦਾ ਨਾਮ ਸੁਰਜੀਤ ਪਾਤਰ ਹੈ, ਉਹਨਾਂ ਨੇ ਆਪ ਵਿਆਖਿਆ ਕਰਕੇ ਭੇਜੀ। ਤੇ ਮੈਡਮ ਨੂੰ ਬੜੀ ਸ਼ਰਮ ਆਈ, ਕਹਿੰਦੇ ਅੱਛਾ, ਕਹਿੰਦੇ ਇੱਦਾਂ ਕਰੋ ਕਿ ਗਾਈਡ ਵਾਲੀ ਛੱਡ ਦਿਓ, ਇਹ ਵਾਲੀ ਜੋ ਉਹਨਾਂ ਨੇ ਕਰਕੇ ਭੇਜੀ ਨੇ ਸਾਰੇ ਫਾਈਨਲ ਨੋਟ ਕਰ ਲਓ। ਸੋ ਇਹਦੀ ਤੁਹਾਨੂੰ ਵਿਆਖਿਆ ਅਲੱਗ-ਅਲੱਗ ਟੀਚਰਸ ਵੱਲੋਂ YouTube ਤੇ ਅਲੱਗ-ਅਲੱਗ ਤਰ੍ਹਾਂ ਨਾਲ ਮਿਲੇਗੀ, ਸਾਰੀਆਂ ਠੀਕ ਨੇ ਜਿਸ ਤਰ੍ਹਾਂ ਕੋਈ ਕਰਦਾ। ਸੋ ਤੁਸੀਂ ਜਿਹੜਾ ਆਪਣੇ ਹਿਸਾਬ ਨਾਲ ਵੀ ਇਹਨੂੰ ਕਰ ਸਕਦੇ ਹੋ। ਪਰ ਮੇਨ ਗੱਲ ਹੈ ਕਿ ਰੇਨ ਦੀ ਬਿਊਟੀ ਨੂੰ ਇਸ ਕਵੀ ਨੇ ਬਹੁਤ ਅੱਛੇ ਤਰੀਕੇ ਨਾਲ ਬਿਊਟੀਫਾਈ ਕੀਤਾ ਹੈ। ਓਕੇ ਸਟੂਡੈਂਟ, ਲੈਟਸ come to the activity second. Pick up words from the text that match the rhyme of the following words. ਹੁਣ ਆਪਾਂ ਜੋ ਪੋਇਮ ਪੜ੍ਹੀ ਹੈ ਉਹਦੇ ਵਿੱਚੋਂ ਹੀ ਵਰਡਸ ਪਿਕ ਕਰਨੇ ਹਨ ਰਾਈਮਿੰਗ ਸੈਂਸ ਬਣਾਉਣ, ਠੀਕ। ਸੋ ਰੇਨ ਦੇ ਨਾਲ ਕੀ ਬਣੇਗਾ? ਲੇਨ, ਹੀਟ, street, roofs, hoofs, out, spout, lane, rain, pours, roars, wide, tide. Activity third, question answer. Why does the poet say that the rain is beautiful? Poet ਅਜਿਹਾ ਕਿਉਂ ਕਹਿੰਦਾ ਹੈ ਕਿ rain beautiful ਹੈ? ਸੋ ਇਹਦਾ ਜਵਾਬ ਅਸੀਂ ਲਿਖਾਂਗੇ The poet says the rain is beautiful because it comes after the dust and heat. Second, which are places where the rain falls? ਕਿਹੜੀਆਂ ਜਗ੍ਹਾਵਾਂ ਤੇ ਰੇਨ ਜਿਹੜੀ ਹੈ ਪੈਂਦੀ ਹੈ? Rain falls in the broad and fiery street and in the narrow lane. Third, why does the poet repeat the first line? Poet पहली लाइन ਨੂੰ क्यों repeat करता है? The poet repeats the first line because it is the theme of the poem. Theme ਹੁੰਦਾ ਸਾਰ, ਠੀਕ ਹੈ, ਕੇਂਦਰੀ ਭਾਵ। Fourth, what gushes and struggles out? ਕਿਹੜੀ ਚੀਜ਼ ਹੈ ਜਿਹੜੀ ਬਹੁਤ ਤੇਜ਼ ਪੈਂਦੀ ਹੈ ਤੇ ਜਿਹਨੂੰ ਸਟਰਗਲ ਕਰਨੀ ਪੈਂਦੀ ਹੈ? ਕੀ ਜਵਾਬ ਹੋਏਗਾ ਦਾ? Rain, okay, rain water. Rain water gushes and struggles out to flow through the spout. Fifth, why is the rain like a tramp of hoofs? बारिश घोड़े दियां टापां वर्गी क्यों है? The rain is like the tramp of hoofs because it sounds like that. के आवाज उदां दी करदी है। Okay. Activity 4. Read the words in the following table and do as directed. Words ਪੜੋ ਤੇ ਜਿੱਦਾਂ ਕਿਹਾ ਗਿਆ ਉਦਾਂ ਕਰੋ। ਸੋ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜਿਹੜੇ ਵਰਡਸ ਇਹਨਾਂ ਨੇ ਦਿੱਤੇ ਉਹਨਾਂ ਦਾ ਆਪਾਂ ਕਰਨਾ ਕੀ ਹੈ। ਸੋ ਪਹਿਲੇ ਕਾਲਮ ਵਿੱਚ ਕਹਿੰਦਾ ਹੈ ਕਿ I know the word, write the meaning.
ਕਿ ਮੈਨੂੰ ਇਸ ਵਰਡ ਬਾਰੇ ਪਤਾ, ਮੈਂ ਇਹਦਾ ਮੀਨਿੰਗ ਲਿਖਦਾ ਪਿਆ। ਦੂਸਰਾ ਕੀ ਹੈ, ਆਈ ਡੋਂਟ ਨੋ, ਮੈਨੂੰ ਇਸ ਵਰਡ ਬਾਰੇ ਨਹੀਂ ਪਤਾ, ਪੁੱਟ ਅ ਕ੍ਰੋਸ, ਤੇ ਜੇ ਨਹੀਂ ਪਤਾ ਤੇ ਕ੍ਰੋਸ ਦਾ ਨਿਸ਼ਾਨ ਲਗਾ ਦਿਓ। ਗਿਵ ਯੋਰਸੈਲਫ 1 ਮਾਰਕ ਇਫ ਯੂ ਨੋ ਦਾ ਮੀਨਿੰਗ। ਸੋ ਆਪਣੇ ਆਪ ਨੂੰ 1 ਮਾਰਕ ਦੇ ਦੇਣਾ ਜੇ ਤੁਹਾਨੂੰ ਇਹਦਾ ਮੀਨਿੰਗ ਪਤਾ ਹੈ। ਓਕੇ, ਹੁਣ ਅਸੀਂ ਕੀ ਕਰੀਏ? ਚਲੋ ਹੁਣ ਅਸੀਂ ਮਿਡਵੇ ਅਪਰੋਚ ਕਰਦੇ ਹਾਂ। ਮੈਂ ਪਹਿਲਾਂ ਤੁਹਾਡੇ ਕੋਲ ਪੁੱਛਦਾ, ਜੇ ਮੇਰਾ ਮੀਨਿੰਗ ਤੇ ਤੁਹਾਡਾ ਮੀਨਿੰਗ ਸੇਮ ਹੋਇਆ ਤੇ ਤੁਸੀਂ 1 ਨੰਬਰ ਲੈ ਲਿਓ, ਤੇ ਜੇ ਅਲੱਗ-ਅਲੱਗ ਹੋਇਆ ਤੇ ਫਿਰ ਉਹ ਨੰਬਰ ਤੁਹਾਨੂੰ ਨਹੀਂ ਮਿਲੇਗਾ। ਓਕੇ, ਸਟਾਰਟ ਕਰਦੇ ਹਾਂ। ਬਿਊਟੀਫੁਲ, ਸੁੰਦਰ। ਓਕੇ, ਡਸਟ, ਧੂੜ, ਫਾਇਰੀ, ਤੇਜ਼, ਤਿੱਖੀ ਧੁੱਪ, ਠੀਕ ਹੈ, ਜਾਂ ਤੇਜ਼ ਗਰਮੀ। ਸਟਰੀਟ, ਗਲੀ। ਲੇਨ, ਕੂਚਾ। ਕਲੈਟਰਸ, ਟਿਪ ਟਿਪ ਦੀ ਆਵਾਜ਼। ਟਰੈਂਪ ਆਫ ਹੂਪਸ। ਚਲੋ ਹੁਣ ਆਪਾਂ ਲਿਸਨਿੰਗ ਪ੍ਰੈਕਟਿਸ ਕਰਦੇ ਹਾਂ। The teacher will read the following passage once. Students must complete the following blanks. Rain falls. Okay, rain falls as a sigh of relief. ਕਿ ਇੱਕ ਬਹੁਤ ਵੱਡੀ relief ਵਾਂਗ ਇਹ ਪੈਂਦੀ ਹੈ। Sigh of relief ਹੁੰਦਾ ਸੁੱਖ ਦਾ ਸਾਹ। ਤੇ ਆਰਾਮ ਕਦੋਂ ਮਿਲਦਾ? After heat and dust of the day, ਕਿ ਉਸ ਦਿਨ ਦੀ ਹੀਟ ਅਤੇ ਡਸਟ ਤੋਂ ਬਾਅਦ ਇਹ ਰੇਨ ਪੈਂਦੀ ਹੈ। ਰੇਨ ਇਜ਼ ਅ ਵੰਡਰਫੁਲ ਗਿਫਟ ਆਫ ਨੇਚਰ ਟੂ all the people. If there is no rain, crops will not grow. All vegetation will wither and droop. We cannot dash of life. Dash of life ਦੀ ਜਗ੍ਹਾ ਤੇ ਤੁਸੀਂ think of life ਲਿਖ ਸਕਦੇ ਹੋ, ਵੀ ਅਸੀਂ ਸੋਚ ਵੀ ਨਹੀਂ ਸਕਦੇ ਉਸ ਲਾਈਫ ਬਾਰੇ। ਵੀ ਕੈਨ ਨੋਟ ਡਰੀਮ ਆਫ ਲਾਈਫ, ਅਸੀਂ ਜ਼ਿੰਦਗੀ ਬਾਰੇ ਸੁਪਨਾ ਵੀ ਨਹੀਂ ਲੈ ਸਕਦੇ। ਓਕੇ, ਕੁਝ ਵੀ ਲਿਖ ਸਕਦੇ ਹੋ। ਵੀ ਕੈਨ ਨੋਟ ਥਿੰਕ ਆਫ ਲਾਈਫ ਇਨ ਦਿਸ ਵਰਲਡ, ਇਸ ਦੁਨੀਆ ਵਿੱਚ, ਵਿਦਆਊਟ ਰੇਨ, ਅਸੀਂ ਇਸ ਦੁਨੀਆ ਵਿੱਚ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਓਕੇ, ਐਕਟੀਵਿਟੀ 6, ਥਿੰਕ, ਪੇਅਰ, ਸ਼ੇਅਰ। ਸੋ ਇਹ ਪੇਅਰ ਐਕਟੀਵਿਟੀ ਹੈ, ਤੁਸੀਂ ਇਹਦੇ ਵਿੱਚ ਪੇਅਰ ਬਣਾ ਕੇ ਐਕਟੀਵਿਟੀ ਕਰ ਸਕਦੇ ਹੋ। ਕਰਨਾ ਕੀ ਹੈ ਕਿ you may take notes of what your partner says, just write points. ਕਿ ਤੁਸੀਂ ਇਹ ਕੁਐਸਚਨ ਜਿਹੜੇ ਨੇ ਆਪਣੇ ਪਾਰਟਨਰ ਕੋ ਪੁੱਛਣੇ ਨੇ ਤੇ ਉਹਦੇ ਨੋਟਸ ਬਣਾਉਣੇ ਨੇ ਕਿ ਉਹ ਕੀ ਕਹਿੰਦਾ। ਸਭ ਤੋਂ ਪਹਿਲਾਂ ਉਹਨੂੰ ਕੀ ਪੁੱਛੋਗੇ? ਡੂ ਯੂ ਲਾਈਕ ਦਾ ਰੇਨ? ਫਿਰ ਉਹਦੇ ਨੋਟਸ ਬਣਾਓਗੇ ਕਿ ਉਹਨੇ ਕੀ ਕਿਹਾ। ਫਿਰ ਨਾਲ ਹੀ ਪੁੱਛੋ ਵਾਈ ਡੂ ਯੂ ਲਾਈਕ ਦਾ ਰੇਨਸ? ਕਿਉਂ ਤੈਨੂੰ ਪਸੰਦ ਆ ਰੇਨਸ? ਤੇ ਜੋ ਕਹਿੰਦਾ ਮੈਨੂੰ ਨਹੀਂ ਪਸੰਦ, ਵਾਈ ਡੋਂਟ ਯੂ ਲਾਈਕ ਦਾ ਰੇਨਸ? ਓਕੇ, ਸੋ ਵਾਈ ਨਾਟ। ਟੈਲ ਯੂਰ ਪਾਰਟਨਰ ਅਬਾਊਟ ਇਟ। ਫਿਰ ਜਦੋਂ ਤੁਸੀਂ ਨੋਟ ਬਣਾ ਲਏ, ਸੋ ਇਹਨਾਂ ਚੀਜ਼ਾਂ ਬਾਰੇ ਤੁਸੀਂ ਆਪਣੇ ਪਾਰਟਨਰ ਨੂੰ ਦੱਸਣਾ ਹੈ। ਸੈਕਿੰਡ, ਵਾਈ ਇਜ਼ ਦਾ ਰੇਨ ਲਾਈਕ ਟਰੈਂਪ ਆਫ ਹੂਫਸ? ਡਿਸਕਸ ਵਿਦ ਯੂਰ ਪਾਰਟਨਰ। ਸੋ ਇੱਕ ਚੀਜ਼ ਹੋਰ ਤੁਸੀਂ ਆਪਣੇ ਪਾਰਟਨਰ ਨਾਲ ਡਿਸਕਸ ਕਰ ਸਕਦੇ ਹੋ ਕਿ ਰੇਨ ਨੂੰ ਪੋਇਟ ਨੇ ਟਰੈਂਪ ਆਫ ਹੂਫਸ ਕਿਉਂ ਕਿਹਾ ਹੈ, ਕਿ ਰੇਨ ਦਾ ਕੰਪੈਰੀਜ਼ਨ ਘੋੜੇ ਦੀਆਂ ਟਾਪਾਂ ਦੀ ਸਾਊਂਡ ਦੇ ਨਾਲ ਕਿਉਂ ਕੀਤਾ ਹੈ। ਤੁਸੀਂ ਇਹ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ। ਓਕੇ, ਐਕਟੀਵਿਟੀ 7, what words would you use to describe the rain? Make a list. ਸੋ ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਰੇਨ ਦੇ ਲਈ ਇੱਕ ਪੈਰਾਗ੍ਰਾਫ ਲਿਖੋ, ਤਾਂ ਇਹੋ ਜਿਹੇ ਕਿਹੜੇ ਵਰਡਸ ਹਨ ਜਿਹੜੇ ਤੁਸੀਂ ਰੇਨ ਦੇ ਨਾਲ ਰਿਲੇਟ ਕਰਕੇ ਜੋੜ ਕੇ ਉਹਦੇ ਵਿੱਚ ਲਿਖੋਗੇ। ਸੋ ਉਹ ਵਾਲੇ ਵਰਡਸ ਸਿਰਫ ਵਰਡਸ ਹੀ ਤੁਸੀਂ ਇੱਥੇ ਲਿਖਣੇ ਹਨ। ਕਿਹੜੇ ਵਰਡਸ ਹੋ ਸਕਦੇ ਨੇ? ਸੋ ਪਹਿਲਾ ਤਾਂ ਹੋ ਗਿਆ ਵਾਟਰ, ਡ੍ਰਿਜ਼ਲਿੰਗ, ਟੋਰੈਂਟ, TORRENT, ਟੋਰੈਂਟ ਵੀ ਹੁੰਦਾ ਕਿ ਜ਼ਿਆਦਾ ਬਾਰਿਸ਼। ਓਕੇ, rainfall, thunder, clouds, hailstorms, cool breeze, ठंडी हवा, pleasant environment। okay, so ਕਿੰਨੀਆਂ ਚੀਜ਼ਾਂ, greenery, flood। ਸੋ ਇਹੋ ਜਿਹੇ ਸਾਰੇ ਤੁਸੀਂ ਇਹ ਰੇਨ ਦੇ ਨਾਲ ਜੋੜ ਸਕਦੇ ਹੋ।